ਸਤਿ ਸ੍ਰੀ ਅਕਾਲ। ਅੱਜਕੱਲ ਦੀ ਦੁਨੀਆ ਵਿੱਚ ਸਭ ਕੁਝ ਡਿਜੀਟਲ ਹੋ ਰਿਹਾ ਹੈ, ਤਾਂ ਫਿਰ ਸਰਕਾਰੀ ਕੰਮ ਕਿਉਂ ਪਿੱਛੇ ਰਹਿਣ? ਅੱਜ ਆਪਾਂ ਈ-ਗਵਰਨੈਂਸ ਦੀ ਗੱਲ ਕਰਾਂਗੇ, ਜਿਸ ਨੇ ਸਰਕਾਰ ਨਾਲ ਸਾਡੇ ਕੰਮਕਾਜ ਦਾ ਤਰੀਕਾ ਹੀ ਬਦਲ ਦਿੱਤਾ ਹੈ। ਕਦੇ ਸੋਚਿਆ ਹੈ ਕਿ ਸਰਕਾਰੀ ਦਫ਼ਤਰਾਂ ਦੀਆਂ ਲੰਮੀਆਂ ਲਾਈਨਾਂ ਤੋਂ ਛੁਟਕਾਰਾ ਮਿਲ ਜਾਵੇ, ਕਾਗਜ਼ਾਂ ਦੇ ਢੇਰਾਂ ਵਿੱਚ ਗੁਆਚਣ ਦੀ ਬਜਾਏ ਸਾਰੇ ਕੰਮ ਘਰ ਬੈਠੇ ਹੀ ਹੋ ਜਾਣ? ਇਹ ਸੋਚ ਹੀ ਕਿੰਨੀ ਵਧੀਆ ਲੱਗਦੀ ਹੈ ਨਾ? ਖੈਰ, ਇਸ ਸੋਚ ਦਾ ਜਵਾਬ ਇੱਕ ਸ਼ਬਦ ਵਿੱਚ ਹੈ, ਈ-ਗਵਰਨੈਂਸ। ਜੀ ਹਾਂ, ਯਹੀ ਉਹ ਤਕਨੀਕ ਹੈ ਜੋ ਇਸ ਸੁਪਨੇ ਨੂੰ ਹਕੀਕਤ ਬਣਾ ਰਹੀ ਹੈ। ਪਰ ਈ-ਗਵਰਨੈਂਸ ਨੂੰ ਚੰਗੀ ਤਰ੍ਹਾਂ ਸਮਝਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਦਾ ਅਸਲ ਮਕਸਦ ਕੀ ਹੈ, ਔਰ ਉਹ ਮਕਸਦ ਹੈ ਚੰਗੀ ਗਵਰਨੈਂਸ। ਆਓ ਪਹਿਲਾਂ ਇਸ ਨੂੰ ਸਮਝਦੇ ਹਾਂ। ਤਾਂ ਚੰਗੀ ਗਵਰਨੈਂਸ ਆਖਿਰ ਹੈ ਕੀ? ਦੇਖੋ, ਸਿੱਧੇ ਸਾਦੇ ਸ਼ਬਦਾਂ ਵਿੱਚ ਇਹ ਸਹੀ ਫੈਸਲੇ ਲੈਣ ਅਤੇ ਫਿਰ ਉਹਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਹੀ ਤਰੀਕੇ ਨਾਲ ਲਾਗੂ ਕਰਨ ਦਾ ਕੰਮ ਹੈ। ਇੱਥੇ ਦੋ ਗੱਲਾਂ ਤੇ ਧਿਆਨ ਦੇਣ ਵਾਲੀ ਗੱਲ ਹੈ, ਇੱਕ ਸਹੀ ਫੈਸਲੇ ਅਤੇ ਦੂਜਾ ਸੁਚਾਰੂ ਪ੍ਰਕਿਰਿਆ। ਕੋਈ ਵੀ ਸਰਕਾਰ ਚੰਗੀ ਉਦੋਂ ਹੀ ਕਹਾਉਂਦੀ ਹੈ ਜਦੋਂ ਉਸ ਵਿੱਚ ਕੁਝ ਖਾਸ ਗੁਣ ਹੋਣ, ਜਿਵੇਂ ਕਿ ਉਹ ਲੋਕਾਂ ਪ੍ਰਤੀ ਜਵਾਬਦੇਹ ਹੋਵੇ, ਕੰਮ ਵਿੱਚ ਪੂਰੀ ਪਾਰਦਰਸ਼ਤਾ ਰੱਖੇ, ਹਮੇਸ਼ਾ ਕਾਨੂੰਨ ਦੇ ਦਾਇਰੇ ਵਿੱਚ ਰਹੇ, ਲੋਕਾਂ ਦੀਆਂ ਲੋੜਾਂ ਨੂੰ ਸਮਝੇ ਅਤੇ ਉਹਨਾਂ ਤੇ ਤੁਰੰਤ ਕਾਰਵਾਈ ਕਰੇ, ਸਰੋਤਾਂ ਦੀ ਸਹੀ ਵਰਤੋਂ ਕਰੇ ਅਤੇ ਹਾਂ, ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦੇਵੇ। ਠੀਕ ਹੈ, ਤਾਂ ਹੁਣ ਆਪਾਂ ਨੂੰ ਟੀਚਾ ਪਤਾ ਲੱਗ ਗਿਆ ਹੈ। ਹੁਣ ਦੇਖਦੇ ਹਾਂ ਕਿ ਈ-ਗਵਰਨੈਂਸ ਇਸ ਟੀਚੇ ਨੂੰ ਹਾਸਲ ਕਰਨ ਦਾ ਇੱਕ ਵਧੀਆ ਤਰੀਕਾ ਕਿਵੇਂ ਹੈ। ਈ-ਗਵਰਨੈਂਸ ਯਾਨੀ ਇਲੈਕਟ੍ਰੋਨਿਕ ਗਵਰਨੈਂਸ, ਇਸ ਦਾ ਸਿੱਧਾ ਜਿਹਾ ਮਤਲਬ ਹੈ ਇਨਫੋਰਮੇਸ਼ਨ ਅਤੇ ਕਮਿਊਨੀਕੇਸ਼ਨ ਟੈਕਨੋਲੋਜੀ, ਜਿਸ ਨੂੰ ਅਸੀਂ ICT ਕਹਿੰਦੇ ਹਾਂ, ਦੀ ਵਰਤੋਂ ਕਰਨਾ ਤਾਂ ਜੋ ਸਰਕਾਰੀ ਸੇਵਾਵਾਂ ਦੀ ਗੁਣਵੱਤਾ ਵੀ ਵਧੇ ਅਤੇ ਉਹਨਾਂ ਦੀ ਪਹੁੰਚ ਵੀ ਵਧੇ। ਇਸ ਦਾ ਸਭ ਤੋਂ ਵੱਡਾ ਫਰਕ ਪਤਾ ਕੀ ਹੈ? ਪੁਰਾਣੇ ਤਰੀਕੇ ਵਿੱਚ ਸਰਕਾਰ ਸਿਰਫ ਹੁਕਮ ਦਿੰਦੀ ਸੀ, ਇਹ ਇੱਕ ਤਰ੍ਹਾਂ ਦਾ ਵਨ ਵੇ ਟ੍ਰੈਫਿਕ ਸੀ। ਪਰ ਈ-ਗਵਰਨੈਂਸ ਇਸ ਨੂੰ ਦੋ ਤਰਫਾ ਗੱਲਬਾਤ ਬਣਾ ਦਿੰਦੀ ਹੈ, ਜਿੱਥੇ ਆਮ ਨਾਗਰਿਕ ਵੀ ਆਪਣੀ ਗੱਲ ਸਿੱਧਾ ਸਰਕਾਰ ਤੱਕ ਪਹੁੰਚਾ ਸਕਦੇ ਹਨ। ਪਰ ਸਵਾਲ ਇਹ ਹੈ ਕਿ ਇਹ ਪੂਰਾ ਸਿਸਟਮ ਖੜਾ ਕਿਸ ਚੀਜ਼ ਤੇ ਹੈ? ਇਹ ਈ-ਗਵਰਨੈਂਸ ਦੇ 4 ਮਜ਼ਬੂਤ ਥੰਬਾਂ ਤੇ ਟਿਕਿਆ ਹੋਇਆ ਹੈ। ਜੀ ਹਾਂ, ਬਿਲਕੁਲ 4। ਜਿਵੇਂ ਕਿਸੇ ਮਜ਼ਬੂਤ ਇਮਾਰਤ ਨੂੰ 4 ਥੰਬਾਂ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਈ-ਗਵਰਨੈਂਸ ਵੀ ਇਹਨਾਂ 4 ਬੁਨਿਆਦੀ ਚੀਜ਼ਾਂ ਤੋਂ ਬਿਨਾਂ ਅਧੂਰੀ ਹੈ। ਚਲੋ ਫਿਰ ਇੱਕ-ਇੱਕ ਕਰਕੇ ਇਹਨਾਂ ਤੇ ਨਜ਼ਰ ਮਾਰਦੇ ਹਾਂ। ਸਭ ਤੋਂ ਪਹਿਲਾ ਤੇ ਸਭ ਤੋਂ ਜ਼ਰੂਰੀ ਥੰਬ ਹੈ ਕਨੈਕਟੀਵਿਟੀ। ਸੱਚ ਪੁੱਛੋ ਤਾਂ ਇਸ ਤੋਂ ਬਿਨਾਂ ਤਾਂ ਕੁਝ ਹੋ ਹੀ ਨਹੀਂ ਸਕਦਾ। ਇਹ ਉਹੀ ਬੁਨਿਆਦ ਹੈ ਜਿਵੇਂ ਇੰਟਰਨੈਟ, ਜੋ ਲੋਕਾਂ ਨੂੰ ਸਰਕਾਰੀ ਸੇਵਾਵਾਂ ਨਾਲ ਜੋੜਦੀ ਹੈ। ਚਲੋ ਮੰਨ ਲਿਆ ਕਿ ਕਨੈਕਸ਼ਨ ਹੈ, ਪਰ ਕੀ ਲੋਕਾਂ ਨੂੰ ਉਸ ਦੀ ਵਰਤੋਂ ਕਰਨੀ ਆਉਂਦੀ ਹੈ? ਇੱਥੇ ਆਉਂਦਾ ਹੈ ਦੂਜਾ ਥੰਬ, ਗਿਆਨ। ਯਾਨੀ ਲੋਕਾਂ ਕੋਲ ਡਿਜੀਟਲ ਸੇਵਾਵਾਂ ਨੂੰ ਵਰਤਣ ਲਈ ਲੋੜੀਂਦੀ ਜਾਣਕਾਰੀ ਤੇ ਹੁਨਰ ਹੋਣਾ ਚਾਹੀਦਾ ਹੈ, ਜਿਸ ਨੂੰ ਡਿਜੀਟਲ ਸਾਖਰਤਾ ਵੀ ਕਹਿੰਦੇ ਹਾਂ। ਤੀਜਾ ਥੰਬ ਹੈ ਡਾਟਾ ਸਮੱਗਰੀ। ਜ਼ਰਾ ਸੋਚੋ, ਇੱਕ ਸਰਕਾਰੀ ਵੈਬਸਾਈਟ ਬਣਾ ਦਿੱਤੀ ਪਰ ਉਸ ਤੇ ਕੋਈ ਕੰਮ ਦੀ ਜਾਣਕਾਰੀ ਜਾਂ ਸੇਵਾ ਹੀ ਨਹੀਂ ਹੈ, ਫਿਰ ਉਸ ਦਾ ਕੀ ਫਾਇਦਾ? ਇਸ ਲਈ ਸਹੀ ਅਤੇ ਲਾਭਦਾਇਕ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਅਤੇ ਆਖਰੀ ਚੌਥਾ ਥੰਬ ਹੈ ਪੂੰਜੀ, ਕਿਉਂਕਿ ਇਹ ਸਾਰਾ ਤਾਮਝਾਮ, ਇਹ ਸਾਰਾ ਸਿਸਟਮ ਬਣਾਉਣ ਲਈ ਅਤੇ ਫਿਰ ਇਸ ਨੂੰ ਲਗਾਤਾਰ ਚਲਾਉਂਦੇ ਰੱਖਣ ਲਈ ਪੈਸੇ ਦੀ ਯਾਨੀ ਵਿੱਤੀ ਨਿਵੇਸ਼ ਦੀ ਤਾਂ ਲੋੜ ਪਵੇਗੀ ਹੀ। ਠੀਕ ਹੈ, ਤਾਂ ਇਹਨਾਂ 4 ਥੰਮਾਂ ਦੇ ਆਧਾਰ ਤੇ ਸਰਕਾਰ ਵੱਖ-ਵੱਖ ਲੋਕਾਂ ਤੇ ਸਮੂਹਾਂ ਨਾਲ ਕਿਵੇਂ ਜੁੜਦੀ ਹੈ? ਇਸ ਦੇ ਲਈ ਕੁਝ ਖਾਸ ਮਾਡਲ ਬਣਾਏ ਗਏ ਹਨ। ਆਓ ਉਹਨਾਂ ਨੂੰ ਵੀ ਸਮਝ ਲਈਏ। ਮੋٹے ਤੌਰ ਤੇ ਇਸ ਦੇ 4 ਮਾਡਲ ਹਨ। ਪਹਿਲਾ ਹੈ G2C ਯਾਨੀ ਗਵਰਨਮੈਂਟ ਟੂ ਸਿਟੀਜ਼ਨ, ਜਿਸ ਵਿੱਚ ਸਰਕਾਰ ਸਿੱਧਾ ਨਾਗਰਿਕਾਂ ਨੂੰ ਸੇਵਾਵਾਂ ਦਿੰਦੀ ਹੈ, ਜਿਵੇਂ ਆਨਲਾਈਨ ਬਿੱਲ ਭਰਨਾ। ਦੂਜਾ ਹੈ G2B ਗਵਰਨਮੈਂਟ ਟੂ ਬਿਜ਼ਨਸ, ਜਿੱਥੇ ਕਾਰੋਬਾਰਾਂ ਲਈ ਟੈਕਸ ਵਗੈਰਾ ਦੀਆਂ ਸੇਵਾਵਾਂ ਹੁੰਦੀਆਂ ਹਨ। ਫਿਰ ਆਉਂਦਾ ਹੈ G2E ਗਵਰਨਮੈਂਟ ਟੂ EMPLOYE, ਜੋ ਸਰਕਾਰੀ ਕਰਮਚਾਰੀਆਂ ਲਈ ਹੁੰਦਾ ਹੈ, ਜਿਵੇਂ ਤਨਖਾਹ ਦਾ ਰਿਕਾਰਡ ਦੇਖਣਾ। ਤੇ ਆਖਿਰ ਵਿੱਚ G2G ਗਵਰਨਮੈਂਟ ਟੂ ਗਵਰਨਮੈਂਟ, ਜਿੱਥੇ ਵੱਖ-ਵੱਖ ਸਰਕਾਰੀ ਵਿਭਾਗ ਆਪਸ ਵਿੱਚ ਜਾਣਕਾਰੀ ਸਾਂਝੀ ਕਰਦੇ ਹਨ। ਚਲੋ, ਹੁਣ ਥਿਉਰੀ ਬਹੁਤ ਹੋ ਗਈ। ਹੁਣ ਗੱਲ ਕਰਦੇ ਹਾਂ ਅਸਲ ਜ਼ਿੰਦਗੀ ਦੀਆਂ ਉਦਾਹਰਨਾਂ ਦੀ, ਉਹ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਸਾਰੇ ਰੋਜ਼ਾਨਾ ਵਰਤਦੇ ਹਾਂ। ਜ਼ਰਾ ਸੋਚੋ, ਆਧਾਰ ਕਾਰਡ ਬਣਵਾਉਣਾ, ਪਾਸਪੋਰਟ ਲਈ ਅਪਲਾਈ ਕਰਨਾ, ਇਨਕਮ ਟੈਕਸ ਦੀ ਰਿਟਰਨ ਭਰਨੀ, IRCTC ਤੇ ਝਟਪਟ ਰੇਲ ਦੀ ਟਿਕਟ ਬੁੱਕ ਕਰਨਾ, ਜਾਂ ਫਿਰ ਆਪਣੇ ਸਾਰੇ ਦਸਤਾਵੇਜ਼ ਡਿਜੀਲੌਕਰ ਵਿੱਚ ਸੁਰੱਖਿਅਤ ਰੱਖਣਾ। ਇਹ ਸਭ ਈ-ਗਵਰਨੈਂਸ ਦੀ ਹੀ ਤਾਂ ਦੇਣ ਹੈ। ਤੇ ਗੱਲ ਸਿਰਫ ਦੇਸ਼ ਪੱਧਰ ਤੇ ਹੀ ਖਤਮ ਨਹੀਂ ਹੁੰਦੀ, ਸਾਡੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੀ। ਘਰ ਦਾ ਟੈਕਸ ਭਰਨਾ ਹੋਵੇ, ਪਾਣੀ ਬਿਜਲੀ ਦੇ ਬਿੱਲ ਦੇਣੇ ਹੋਣ, ਜ਼ਮੀਨ ਦਾ ਰਿਕਾਰਡ ਦੇਖਣਾ ਹੋਵੇ ਜਾਂ ਜਨਮ ਤੇ ਮੌਤ ਦੇ ਸਰਟੀਫਿਕੇਟ ਬਣਵਾਉਣੇ ਹੋਣ, ਸਭ ਕੁਝ ਹੁਣ ਸਾਡੀਆਂ ਉਂਗਲੀਆਂ ਤੇ ਹੈ। ਇਸ ਸਭ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਇਹ ਸੋਚਣ ਵਾਲੀ ਗੱਲ ਹੈ ਕਿ ਅੱਗੇ ਕੀ? ਭਵਿੱਖ ਵਿੱਚ ਹੋਰ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਸਰਕਾਰ ਤਕਨਾਲੋਜੀ ਦੀ ਮਦਦ ਨਾਲ ਸਾਡੇ ਸਾਰਿਆਂ ਲਈ ਹੋਰ ਵੀ ਆਸਾਨ ਬਣਾ ਸਕਦੀ ਹੈ? ਇਸ ਬਾਰੇ ਸੋਚਣਾ ਜ਼ਰੂਰ।